Dr. Ravi Garg, Director Pioneer Immigration, ICCRC member, authorized by Canada Government and Canada Embassy ਵੱਲੋਂ ਸਾਰਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਅੱਜ ਸੈਟਰਡੇ 11 ਸਤੰਬਰ ਚੰਡੀਗੜ੍ਹ ਆਫਿਸ ਦੇ ਵਿੱਚ ਸਾਡੇ ਜਿਹੜੇ ਪਾਇਨੀਅਰ ਇਮੀਗ੍ਰੇਸ਼ਨ ਦੇ ਚੰਡੀਗੜ੍ਹ ਆਫਿਸ ਦੇ ਵਿੱਚ ਸੈਮੀਨਾਰ ਚੱਲਦਾ ਪਿਆ ਹੈਗਾ। ਬੜੇ ਸਾਰੇ ਕਾਲਜਿਸ ਪਾਰਟਿਸਿਪੇਟ ਕਰ ਰਹੇ ਹੈਗੇ ਨੇ ਔਰ ਐਡਮਿਸ਼ਨ ਟੀਮ, ਕਾਉਂਸਲਿੰਗ ਟੀਮ ਔਰ ਫਾਈਲਿੰਗ ਟੀਮ ਸਭ ਇੱਥੇ ਅਵੇਲੇਬਲ ਹੈਗੇ ਨੇ। ਸਟੂਡੈਂਟਸ ਬੜੀ ਤਰ੍ਹਾਂ ਦੀ ਗਾਈਡੈਂਸ ਲੈਣਾ ਚਾਹੁੰਦੇ ਨੇ। ਖਾਸ ਤੌਰ 'ਤੇ ਮੈਨੂੰ ਬੜੇ ਸਾਰੇ ਜਦੋਂ ਸਟੂਡੈਂਟਸ ਮਿਲਦੇ ਨੇ ਔਰ ਖਾਸ ਤੌਰ 'ਤੇ ਫੋਨ 'ਤੇ ਗੱਲ ਹੁੰਦੀ ਹੈ ਤੇ ਕਹਿੰਦੇ ਨੇ ਕਿ ਸਰ ਬੜੀ ਕਨਫਿਊਜ਼ਨ ਹੈਗੀ ਹੈ। ਪਹਿਲੀ ਗੱਲ ਤੇ ਕੰਸਲਟੈਂਟ ਇੰਨੇ ਸਾਰੇ ਕਿਸ ਨੂੰ ਚੂਜ਼ ਕੀਤਾ ਜਾਵੇ, ਔਰ ਦੂਸਰਾ ਅਲੱਗ-ਅਲੱਗ ਕੰਸਲਟੈਂਟਸ ਨੈਚੁਰਲ ਹੈ ਕਿ ਬੱਚੇ, ਸਟੂਡੈਂਟਸ, ਪੇਰੈਂਟਸ 2-3-4 ਕੰਸਲਟੈਂਟਸ ਨੂੰ ਮਿਲਦੇ ਨੇ। ਖਾਸ ਤੌਰ 'ਤੇ ਜਿੱਥੇ ਆਈਲੈਟਸ ਕੀਤੀ ਹੁੰਦੀ ਹੈ ਉਹ ਤਾਂ ਉੱਥੇ ਆਈਲੈਟਸ ਕਿਉਂਕਿ ਕਰ ਰਹੇ ਹੁੰਦੇ ਨੇ ਤੇ ਉਹ ਆਈਲੈਟ ਸੈਂਟਰ ਵਾਲੇ ਨੈਚੁਰਲ ਹੈ ਕਿ ਪਹਿਲਾਂ ਹੀ ਗੱਲਬਾਤ ਕਰਦੇ ਨੇ ਉਹਨਾਂ ਦੇ ਨਾਲ ਕਾਲਜਿਸ, ਕੋਰਸਿਸ ਬਾਰੇ, ਤੇ ਅਲੱਗ-ਅਲੱਗ ਕੰਸਲਟੈਂਟਸ ਅਲੱਗ-ਅਲੱਗ ਕੋਰਸਿਸ ਦੇ ਬਾਰੇ ਦੱਸਦੇ ਨੇ ਕਿਹੜਾ ਕੋਰਸ ਠੀਕ ਹੈਗਾ, ਨਹੀਂ ਠੀਕ ਹੈਗਾ, ਵੀਜ਼ਾ ਲੱਗੇਗਾ, ਨਹੀਂ ਲੱਗੇਗਾ। ਬੜੀ ਅਲੱਗ-ਅਲੱਗ ਗੱਲਾਂ ਹੁੰਦੀਆਂ ਨੇ। ਉਸ ਦੇ ਨਾਲ ਕਨਫਿਊਜ਼ਨ ਹੋਣਾ ਨੈਚੁਰਲ ਹੈਗਾ। ਸਟੂਡੈਂਟਸ, ਪੇਰੈਂਟਸ ਜਿਹੜੇ ਨਵੇਂ ਨੇ ਇਸ ਫੀਲਡ ਦੇ ਵਿੱਚ, ਉਹਨਾਂ ਦੀ ਨੌਲੇਜ ਨਹੀਂ ਹੈਗੀ ਤੇ ਕੁਦਰਤੀ ਗੱਲ ਹੈਗੀ ਹੈ ਕਿ ਉਹਨਾਂ ਨੂੰ ਜਦੋਂ ਅਲੱਗ-ਅਲੱਗ ਜਿਹੜੇ ਓਪੀਨੀਅਨ, ਸਲਾਹਾਂ ਮਿਲਦੀਆਂ ਨੇ ਤੇ ਕਨਫਿਊਜ਼ਨ ਹੋਣਾ ਤਾਂ ਕੁਦਰਤੀ ਹੈਗਾ, ਬਣਦਾ ਹੈਗਾ। ਲੇਕਿਨ ਹੁਣ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਕਨਫਿਊਜ਼ਨ ਦੂਰ ਕਰਨ ਦਾ ਤਰੀਕਾ ਹੈਗਾ ਉਹ ਇਹ ਕਿ ਕੰਸਲਟੈਂਟ ਜਿਹੜੇ ਕੋਈ ਵੀ ਆਪਣਾ ਕੰਮ ਕਰਦਾ ਹੈ, ਕਿ ਗੱਡੀ ਠੀਕ ਕਰਨ ਵਾਲਾ ਹੈਗਾ ਜਾਂ ਕੋਈ ਇਲੈਕਟ੍ਰੋਨਿਕਸ ਠੀਕ ਕਰਨ ਵਾਲਾ ਹੈਗਾ ਜਾਂ ਕੋਈ ਹੋਰ ਬਿਜਲੀ ਵਾਲਾ ਬਿਜਲੀ ਦੇ ਇਲੈਕਟ੍ਰੀਸ਼ੀਅਨ ਹੈਗਾ, ਇਹ ਹਰ ਬੰਦਾ, ਹਰ ਪਰਸਨ ਆਪਣੀ ਫੀਲਡ ਦਾ ਮਾਸਟਰ ਹੈਗਾ। ਔਰ ਐਜੂਕੇਸ਼ਨ ਹੈ, ਐਕਸਪੀਰੀਅੰਸ ਹੁੰਦਾ ਲੰਬਾ, ਤੇ ਉਸ ਦੇ ਨਾਲ ਉਹਨਾਂ ਦੇ ਐਕਸਪੀਰੀਅੰਸ ਦੇ ਕਰਕੇ ਬੜੀਆਂ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀ ਕਿ ਈਵਨ ਕਿ ਐਜੂਕੇਸ਼ਨ ਨੂੰ ਸਰਪਾਸ ਕਰ ਜਾਣ ਦਾ ਮਤਲਬ ਇਹ ਕਿ ਐਜੂਕੇਸ਼ਨ ਕੁਛ ਹੋਰ ਕਹਿੰਦੀ ਹੈ, ਐਕਸਪੀਰੀਅੰਸ ਦੇ ਨਾਲ ਬੜਾ ਕੁਛ ਬੰਦਾ ਕੁਛ ਹੋਰ ਸਿੱਖਦਾ ਹੈਗਾ, ਨੌਲੇਜ ਹੁੰਦੀ ਹੈਗੀ ਹੈ ਤੇ ਉਹ ਆਪਣੇ ਫੀਲਡ ਦੇ ਮਾਸਟਰ ਹੋਣ ਕਰਕੇ ਉਹਨਾਂ ਦਾ ਤਜਰਬਾ ਮਾਇਨੇ ਰੱਖਦਾ ਹੈਗਾ। ਪਾਇਨੀਅਰ ਇਮੀਗ੍ਰੇਸ਼ਨ 2003 ਤੋਂ ਤੁਹਾਡੀਆਂ ਸੇਵਾਵਾਂ ਕਰਦੀ ਆ ਰਹੀ ਹੈ। 100% ਓਨੈਸਟੀ, ਟਰਾਂਸਪੇਰੈਂਸੀ, ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ। ਔਰ ਮੈਂ 2003 ਤੋਂ ਕੰਪਨੀ ਖੋਲੀ, ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ, ਸਹੁੰ ਖਾ ਕੇ, ਇਹ ਬਿਲਕੁਲ ਕੇਅਰ ਦੀ ਭਾਵਨਾ ਲੈ ਕੇ ਕਿ ਇਸ ਫੀਲਡ ਦੇ ਵਿੱਚ ਇਸੇ ਤਰੀਕੇ ਨਾਲ ਕਨਫਿਊਜ਼ਨ, ਖਾਸ ਤੌਰ 'ਤੇ ਬੜੀ ਤਰ੍ਹਾਂ ਦੀ ਠੱਗੀਆਂ ਔਰ ਗੜਬੜੀਆਂ, ਡਿਸਓਨੈਸਟੀ, ਮੈਲ ਇੰਟੈਂਸ਼ਨ। ਔਰ 2007 ਤੋਂ ਮੈਂ ICCRC ਮੈਂਬਰ, ਕੈਨੇਡਾ ਐਮਬੈਸੀ ਦੀ ਵੈਬਸਾਈਟ 'ਤੇ ਨਾਮ ਆਥੋਰਾਈਜ਼ਡ ਕੰਸਲਟੈਂਟਸ ਦੀ ਲਿਸਟ ਦੇ ਵਿੱਚ। ਸੋ ਪਹਿਲਾਂ ਤੇ ਕੰਸਲਟੈਂਟ ਚੂਜ਼ ਕਰਨਾ ਜ਼ਰੂਰੀ ਹੈਗਾ। ਜਿਹਨੂੰ ਵੀ ਮਿਲਣਾ ਹੈ 5-4 ਨੂੰ ਮਿਲ ਕੇ ਸਾਡੇ ਬਾਰੇ ਜਾਣਨਾ ਹੈ, ਪਾਇਨੀਅਰ ਇਮੀਗ੍ਰੇਸ਼ਨ ਬਾਰੇ, ਮੇਰੇ ਬਾਰੇ, ਡਾਕਟਰ ਰਵੀ ਗਰਗ ਬਾਰੇ। ਸਾਡੀ ਵੈਬਸਾਈਟ www.pioneerimmigration.com ਖੋਲੋਗੇ ਤੇ 15 ਮਿੰਟ ਦੀ ਵੀਡੀਓ ਚੱਲੇਗੀ, ਉਹ ਚੰਗੀ ਤਰ੍ਹਾਂ ਦੇਖ ਲੈਣੀ ਹੈਗੀ ਹੈ। ਤੇ ਦੂਸਰਾ ਫਿਰ ਨੈਚੁਰਲ ਹੈ ਕਿ ਅਲੱਗ-ਅਲੱਗ ਕੰਸਲਟੈਂਟਸ ਆਪਣੇ ਤਜਰਬੇ ਦੇ, ਆਪਣੀ ਨੌਲੇਜ ਦੇ ਮੁਤਾਬਕ ਗੱਲਾਂ ਕਰਦੇ ਨੇ ਤੇ ਜਦੋਂ ਇੱਕ ਕੰਸਲਟੈਂਟ ਚੂਜ਼ ਕਰ ਲਿਆ ਤੇ ਉਸ ਦੀ ਗੱਲਾਂ ਦੇ ਵਿੱਚ ਵਜ਼ਨ ਵੀ ਹੋਏਗਾ ਔਰ ਕੋਰਸਿਸ ਉਹਨਾਂ ਦੇ ਜਿਹੜੇ ਤੁਹਾਡੀ ਐਲੀਜੀਬਿਲਿਟੀ। ਹੁਣ ਕਰਨਾ ਕੀ ਹੈ, ਆਪਾਂ ਸੋਚ ਵਿਚਾਰ ਕੀ ਕਰਨਾ ਹੁੰਦਾ, ਕੰਸਲਟੈਂਟ ਨੇ ਤੁਹਾਨੂੰ ਕੀ ਗਾਈਡੈਂਸ ਦੇਣੀ ਹੈਗੀ ਹੈ। ਦੇਖੋ ਬੜੀਆਂ ਚੀਜ਼ਾਂ ਮੈਟਰ ਕਰਦੀਆਂ ਨੇ। 1 ਸਾਲ ਦਾ ਕੋਰਸ ਲੈਣਾ ਹੈ ਜਾਂ 2 ਸਾਲ ਦਾ ਜਾਂ 3 ਸਾਲ ਦਾ ਜਾਂ 4 ਸਾਲ ਦਾ, PR ਕਿਸ ਕੋਰਸ ਦੇ ਵਿੱਚ ਆਸਾਨ ਹੋਏਗੀ ਤੁਹਾਡੇ ਵਾਸਤੇ ਕੈਨੇਡਾ ਜਾ ਕੇ। ਕੁਝ ਕਾਲਜਿਸ ਲੀਨੀਅੰਟ ਨੇ ਜਿੱਥੇ ਘੱਟ ਪੜ੍ਹ ਕੇ ਵੀ ਗੁਜ਼ਾਰਾ ਹੋ ਜਾਣਾ, ਜ਼ਿਆਦਾ ਕੰਮ ਕਰ ਸਕਦੇ ਨੇ ਸਟੂਡੈਂਟਸ। ਕੰਮ ਕਰਨ ਦੀ ਜਿਹੜੀ ਹੈ ਉਹਨਾਂ ਨੂੰ ਟਾਈਮ ਮਿਲ ਜਾਏਗਾ, ਘੱਟ ਪੜ੍ਹਾਈ ਨਾਲ ਕੰਮ ਚੱਲ ਜਾਏਗਾ। ਲੀਨੀਅੰਟ ਕਾਲਜ ਹੋਣਗੇ। ਕੁਝ ਸਟ੍ਰਿਕਟ ਕਾਲਜ ਨੇ ਜਿਹੜੇ ਕਿ ਜ਼ਿਆਦਾ ਪੜ੍ਹਾਈ ਵਾਲੇ, ਪੜ੍ਹਾਕੂ ਬੱਚਿਆਂ ਵਾਸਤੇ ਜ਼ਿਆਦਾ ਪੜ੍ਹਨਾ ਪੈਣਾ, ਕੰਮ ਹੋ ਸਕਦਾ ਘੱਟ ਕਰਨ ਨੂੰ ਮਿਲੇ। ਤੇ ਇਹੋ ਜਿਹੇ ਜਿਹੜੇ ਕਾਲਜਿਸ, ਸਟ੍ਰਿਕਟ ਕਾਲਜਿਸ, ਲੇਕਿਨ ਰੈਪੂਟੇਸ਼ਨ ਜ਼ਿਆਦਾ ਹੈਗੀ ਉਹਨਾਂ ਦੀ। ਸੋ
ਜਿਹੜੇ ਜੇ ਪੜ੍ਹਾਕੂ ਬੱਚੇ ਨੂੰ ਘੱਟ ਪੜ੍ਹਾਈ ਵਾਲਾ ਕਾਲਜ ਲੈ ਲਿਆ ਤਾਂ ਉਸ ਨੂੰ ਦਿੱਕਤ ਹੋਏਗੀ, ਜੇ ਘੱਟ ਪੜ੍ਹਾਈ ਵਾਲੇ ਬੱਚੇ ਨੂੰ ਜ਼ਿਆਦਾ ਪੜ੍ਹਾਈ ਵਾਲਾ ਸਟ੍ਰਿਕਟ ਕਾਲਜ ਲੈ ਲਿਆ ਤੇ ਉਸ ਨੂੰ ਪਾਸ ਹੋਣਾ ਮੁਸ਼ਕਿਲ ਹੋ ਜਾਏਗਾ। ਇਹ ਬੜੀ ਜ਼ਰੂਰੀ ਚੀਜ਼ ਹੈਗੀ ਹੈ। ਕਿਹੜਾ ਕੋਰਸ ਸੌਖਾ ਹੈਗਾ ਔਰ ਤੁਹਾਡੇ ਬੱਚੇ ਦੇ ਜਿਹੜੇ ਸਟੂਡੈਂਟ ਦੇ ਨੰਬਰ ਹੈਗੇ ਨੇ, ਕਿਹੜੇ ਕਿਹੜੇ ਸਬਜੈਕਟ ਵਿੱਚ ਨੰਬਰ ਘੱਟ ਵੱਧ ਹੈਗੇ ਨੇ ਔਰ ਕੀ ਪੜ੍ਹਾਈ ਕੀਤੀ ਹੈਗੀ ਆ, ਉਸ ਦੇ ਨਾਲ ਰੈਲੇਵੈਂਟ ਪ੍ਰੋਗਰਾਮ ਹੋਵੇ, ਵੀਜ਼ਾ ਵੀ ਲੱਗ ਜਾਏ, ਕੈਰੀਅਰ ਪ੍ਰੋਸਪੈਕਟਸ ਵੀ ਠੀਕ ਰਹਿਣ, PR ਵੀ ਹੋ ਜਾਵੇ ਉੱਥੇ ਜਾ ਕੇ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਫੀਸ ਕਿੰਨੀ ਹੈਗੀ, ਅਲੱਗ-ਅਲੱਗ ਕਾਲਜ, ਅਲੱਗ-ਅਲੱਗ ਕੋਰਸਿਸ ਦੀ ਫੀਸ, ਟਿਊਸ਼ਨ ਫੀਸ ਜਿਹੜੀ ਹੈਗੀ ਹੈ, ਸਕੋਲਰਸ਼ਿਪ ਹੈਗਾ ਕਿ ਨਹੀਂ ਹੈਗਾ, ਕਿੱਥੇ ਪੜ੍ਹਨ ਤੋਂ ਬਾਅਦ PR ਕਿਵੇਂ ਸੌਖੀ ਹੋਏਗੀ, ਕਿਹੜੇ ਕੋਰਸ ਨਾਲ, ਕਿੰਨੇ ਚਿਰ ਦੇ ਕੋਰਸ ਦੇ ਨਾਲ PR ਸੌਖੀ ਹੋਏਗੀ, ਇਹ ਸਾਰੀ ਜਿਹੜੀ ਹੈਗੀ ਹੈ। ਔਰ ਤੁਹਾਡੀ ਐਲੀਜੀਬਿਲਿਟੀ ਕਿੰਨੀ ਹੈਗੀ ਹੈ, ਸਟੂਡੈਂਟ ਦੇ ਜਿਹੜੇ ਮਾਰਕਸ ਕਿੰਨੇ ਨੇ, ਗੈਪ ਕਿੰਨਾ ਹੈਗਾ, ਆਈਲੈਟਸ ਦੇ ਬੈਂਡ ਕਿੰਨੇ ਨੇ, PTE ਅਗਰ ਟੋਫਲ ਕੀਤਾ ਹੈ ਜਾਂ PTE ਕੀਤੀ ਹੈ ਤੇ ਉਹ ਕਿਹੜਾ ਕਾਲਜ ਉਸ ਨੂੰ ਐਕਸੈਪਟ ਕਰੇਗਾ, ਲਏਗਾ ਜਾਂ ਨਹੀਂ ਲਏਗਾ। ਕਾਲਜਿਸ ਦੇ ਰੂਲਸ ਵੀ ਬਦਲਦੇ ਰਹਿੰਦੇ ਨੇ ਐਡਮਿਸ਼ਨ ਵਾਸਤੇ, ਪਰਸੈਂਟੇਜ ਦਾ ਕ੍ਰਾਈਟੇਰੀਆ ਬਦਲਦਾ ਰਹਿੰਦਾ ਹੈਗਾ। ਉਹ ਸਾਰੀ ਗੱਲਾਂ ਤੋਂ ਲੇਟੈਸਟ ਅਪਡੇਟਸ ਦੇ ਨਾਲ ਜਾਣੂ, ਅਪਡੇਟਡ ਰਹਿਣਾ ਕੰਸਲਟੈਂਟ ਦਾ ਜ਼ਰੂਰੀ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਮੈਟਰ ਕਰਨਗੀਆਂ। ਫੋਰ ਐਗਜ਼ਾਮਪਲ ਕਿ 1 ਸਾਲ ਦੇ ਕੋਰਸ ਤੋਂ ਦੇਖੋ ਇੱਕ ਗਲਤੀ ਅਗਰ ਹੋ ਗਈ ਤੇ ਕਈ ਵਾਰੀ ਉਸ ਦਾ ਕੋਈ ਇਲਾਜ ਨਹੀਂ ਬਾਅਦ ਦੇ ਵਿੱਚ। ਫੋਰ ਐਗਜ਼ਾਮਪਲ ਕਿ 1 ਸਾਲ ਦੇ ਕੋਰਸ ਤੋਂ ਬਾਅਦ 1 ਸਾਲ ਦਾ ਵਰਕ ਪਰਮਿਟ ਮਿਲੇਗਾ, ਨਹੀਂ ਲੈਣਾ ਚਾਹੀਦਾ ਕਦੇ ਵੀ। 1 ਸਾਲ ਦੇ ਕੋਰਸ ਤੋਂ ਬਾਅਦ ਅਗਰ 1 ਸਾਲ ਦਾ ਹੋਰ ਕੋਰਸ ਲੈ ਲਵਾਂਗੇ ਜਾਂ 2 ਸਾਲ ਦਾ ਕੋਰਸ ਲੈ ਲਵਾਂਗੇ ਤੇ 3 ਸਾਲ ਦਾ ਵਰਕ ਪਰਮਿਟ ਮਿਲੇਗਾ। ਅਗਰ 1 ਸਾਲ ਦਾ ਕੋਰਸ ਲੈ ਕੇ ਜਾ ਰਹੇ ਹਾਂ ਤੇ ਕੋਈ ਹਰਜ ਨਹੀਂ ਹੈ, ਲੈ ਕੇ ਜਾ ਸਕਦੇ ਹਾਂ, ਸਟੂਡੈਂਟਸ ਲੈ ਸਕਦੇ ਨੇ। ਖਾਸ ਤੌਰ ਤੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਬਹੁਤ ਸਾਰੇ ਨੇ ਜਿਹੜੇ 1 ਸਾਲ ਦੇ ਹੀ ਹੈਗੇ। ਲੇਕਿਨ 12ਵੀਂ ਤੋਂ ਬਾਅਦ ਅਸੀਂ ਕਦੇ ਵੀ ਬੱਚੇ ਨੂੰ 1 ਸਾਲ ਦਾ ਕੋਰਸ ਨਹੀਂ ਦਿੰਦੇ, ਕਿਉਂਕਿ ਜ਼ਿਆਦਾਤਰ ਫਿਰ ਅਸੀਂ ਰਿਕਮੈਂਡ ਕਰਦੇ ਹਾਂ ਕਿ 1 ਸਾਲ ਦੇ 2 ਕੋਰਸ ਕਰ ਲਈਏ ਜਾਂ 2 ਸਾਲ ਦਾ ਕੋਰਸ ਕਰ ਲਈਏ। ਤੇ 12ਵੀਂ ਤੋਂ ਬਾਅਦ ਜ਼ਿਆਦਾਤਰ 2 ਸਾਲ ਦੇ ਅਵੇਲੇਬਲ ਨੇ, ਲੇਕਿਨ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਬਹੁਤ ਸਾਰੇ ਕੋਰਸਿਸ 1 ਸਾਲ ਦੇ ਨੇ ਜ਼ਿਆਦਾਤਰ। ਤੇ ਲੈ ਕੇ ਅਗਰ 2 ਸਾਲ ਦਾ ਨਹੀਂ ਮਿਲਦਾ ਪਿਆ 1 ਸਾਲ ਦਾ ਵੀ ਲੈ ਕੇ ਜਾ ਸਕਦੇ ਆ ਉੱਥੇ ਜਾ ਕੇ। ਲੇਕਿਨ ਵਰਕ ਪਰਮਿਟ ਅਪਲਾਈ ਨਹੀਂ ਕਰਨਾ ਹੈ, 1 ਸਾਲ ਦੇ 2 ਕੋਰਸ ਕਰਨੇ, 1 ਸਾਲ ਦਾ ਹੋਰ ਕੋਰਸ ਕਰਨਾ ਹੈ, ਸਟੱਡੀ ਪਰਮਿਟ ਐਕਸਟੈਂਸ਼ਨ ਕਰਵਾਉਣਾ ਹੈ ਅੰਬੈਸੀ ਤੋਂ। ਉਹ ਸਾਰੇ ਕੰਮ ਸਾਡੇ ਕੈਨੇਡਾ ਦੇ ਆਫਿਸ, ਇੱਕ ਆਫਿਸ ਸੈਸਕੈਟੂਨ ਦੇ ਵਿੱਚ, ਇੱਕ ਬਰੈਂਪਟਨ ਦੇ ਵਿੱਚ, ਉਹ ਹੈਲਪ ਕਰਦੇ ਨੇ। ਇੱਥੋਂ ਸਟੂਡੈਂਟ ਜਦੋਂ ਵੀਜ਼ਾ ਲੱਗ ਕੇ ਜਾਂਦੇ ਨੇ ਤੇ ਅਗਰ ਕਿਤੇ ਇਹੋ ਜਿਹੀ ਥਾਂ ਤੇ ਸਟੂਡੈਂਟਸ ਪੜ੍ਹਦੇ ਪਏ ਨੇ ਜਿੱਥੇ PNP ਦੇ ਵਿੱਚ PR ਸੌਖੀ ਹੈਗੀ ਹੈ, ਫੋਰ ਐਗਜ਼ਾਮਪਲ ਸਸਕੈਚੁਆਨ, ਮੈਨੀਟੋਬਾ ਔਰ ਐਟਲਾਂਟਿਕ ਪ੍ਰੋਵਿੰਸਿਸ, ਜਿਸ ਦੇ ਵਿੱਚ ਪ੍ਰਿੰਸ ਐਡਵਰਡ ਆਈਲੈਂਡ, ਨਿਊ ਬਰੰਜ਼ਵਿਕ, ਨੋਵਾ ਸਕੋਸ਼ੀਆ ਔਰ ਇੱਕ ਹੋਰ ਜਿਹੜੀ ਹੈ ਪ੍ਰੋਵਿੰਸ ਹੈਗੀ ਹੈ। ਤੇ 4 ਪ੍ਰੋਵਿੰਸਿਸ ਦੇ ਵਿੱਚ ਜਿਹੜੀ ਐਟਲਾਂਟਿਕ ਪ੍ਰੋਵਿੰਸਿਸ ਨੇ ਉੱਥੇ ਪੜ੍ਹਨ ਤੋਂ ਬਾਅਦ ਸੌਖੀ PR ਹੋ ਜਾਂਦੀ ਹੈ, ਐਕਸਪੀਰੀਅੰਸ ਦੀ ਵੀ ਜ਼ਰੂਰਤ ਨਹੀਂ ਹੁੰਦੀ ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਜਿੱਥੇ PR ਸੌਖੀ ਆ ਉੱਥੇ 2 ਸਾਲ ਦਾ ਕੋਰਸ ਵੀ ਕੰਮ ਕਰ ਦੇਗਾ, ਕੋਈ ਦਿੱਕਤ ਨਹੀਂ। ਲੇਕਿਨ ਜਿੱਥੇ ਮੰਨ ਲਓ ਓਨਟੇਰੀਓ ਹੈਗਾ ਔਰ BC ਬ੍ਰਿਟਿਸ਼ ਕੋਲੰਬੀਆ ਹੈਗਾ ਔਰ ਬੜੀ ਸਾਰੀ ਸਟੇਟਸ ਦੇ ਵਿੱਚ ਜਿੱਥੇ ਪੜ੍ਹ ਕੇ PR ਸੌਖੀ ਨਹੀਂ ਹੋਣੀ, ਉੱਥੇ ਅਗਰ ਬੱਚਿਆਂ ਦੇ 8777 ਅਗਰ ਆਉਣ ਦੀ ਉਮੀਦ ਹੈਗੀ ਆ, ਹਾਈ ਇੰਗਲਿਸ਼ ਹੈਗੀ ਹੈ, ਤੇ ਫਿਰ 3 ਸਾਲ ਦਾ ਕੋਰਸ ਕਾਫੀ ਹੈਲਪ ਕਰੇਗਾ। 8 ਲਿਸਨਿੰਗ ਦੇ ਵਿੱਚ ਔਰ ਬਾਕੀ 3 ਮੋਡਿਊਲ ਦੇ ਵਿੱਚ, ਰੀਡਿੰਗ, ਰਾਈਟਿੰਗ, ਸਪੀਕਿੰਗ ਦੇ ਵਿੱਚ 7 ਈਚ, ਫਿਰ ਹੀ 3 ਸਾਲ ਦਾ ਕੋਰਸ ਕੰਮ ਕਰੇਗਾ ਔਰ PR ਈਜ਼ੀ ਹੋ ਜਾਏਗੀ। ਲੇਕਿਨ ਅਗਰ 8777 ਵਾਲਾ ਬੱਚਾ ਨਹੀਂ ਹੈਗਾ ਇੰਨੀ ਹਾਈ ਇੰਗਲਿਸ਼ ਕਾਫੀ ਜ਼ਿਆਦਾ, ਤੇ ਫਿਰ ਉਸ ਨੂੰ 3 ਸਾਲ ਦਾ ਕੋਰਸ ਵੀ ਹੈਲਪ ਨਹੀਂ ਕਰੇਗਾ। ਫਿਰ ਤਾਂ 2 ਸਾਲ ਦਾ ਵੀ ਠੀਕ ਹੈ ਔਰ ਔਖਾ ਤਾਂ ਹੋਏਗਾ। ਫਿਰ ਜਦੋਂ ਉਹ ਪੜ੍ਹਾਈ ਖਤਮ ਹੋਏਗੀ ਤੇ ਕਿਤੇ ਹੋਰ ਪ੍ਰੋਵਿੰਸ ਦੇ ਵਿੱਚ ਜਾ ਕੇ ਉਸ ਟਾਈਮ ਤੇ ਜਦੋਂ ਪੜ੍ਹਾਈ ਖਤਮ ਹੋਏਗੀ ਤੇ ਫਿਰ ਉੱਥੇ ਜਾ ਕੇ ਕਿ ਕਿਹੜੇ ਪ੍ਰੋਵਿੰਸ ਦੇ ਵਿੱਚ ਕੰਮ ਕਰਕੇ PR ਸੌਖੀ ਹੈ, ਪਾਲਿਸੀ ਦੇ ਮੁਤਾਬਿਕ, ਉਸ ਟਾਈਮ ਦੀ ਕਰੰਟ ਪਾਲਿਸੀ ਦੇ ਮੁਤਾਬਿਕ ਆਪਾਂ ਦੇਖਾਂਗੇ ਔਰ ਆਪਣੀ PR ਕਰਵਾ ਲਾਂਗੇ। ਲੇਕਿਨ ਇਸ ਵਕਤ ਸੋਚ ਕੇ ਜਾਣਾ, ਔਰ ਮੇਰੀ ਐਡਵਾਈਸ ਸਟੂਡੈਂਟਸ ਨੂੰ ਕਿ ਉੱਥੇ ਪੜ੍ਹਨ ਜਾਣਾ ਪ੍ਰੈਫਰ ਕਰਨਾ ਚਾਹੀਦਾ ਹੈਗਾ ਜਿੱਥੇ PR ਸੌਖੀ ਹੈਗੀ ਹੈ। ਔਰ ਜਿਸ ਤਰ੍ਹਾਂ ਕਿ ਘੱਟ ਪੈਸਿਆਂ ਦੀ ਗੱਲ ਕੀਤੀ ਸੀ, ਫੀਸ ਕਿੰਨੀ ਹੈਗੀ ਆ ਉਸ ਦੇ ਵਿੱਚ, ਕੇਪ ਬ੍ਰਿਟਨ ਯੂਨੀਵਰਸਿਟੀ ਜਿਹੜੀ ਕਿ ਸਿਡਨੀ ਨੋਵਾ ਸਕੋਸ਼ੀਆ ਦੇ ਵਿੱਚ ਹੈਗੀ ਹੈ, ਜਾਂ ਕੁਆਂਟਲੈਂਡ ਪੋਲੀਟੈਕਨਿਕ ਯੂਨੀਵਰਸਿਟੀ KPU, ਜਾਂ
CNC ਕਾਲਜ ਆਫ ਨਿਊ ਕੈਲੇਡੋਨੀਆ ਜਾਂ ਲੈਂਪਟਨ ਕਾਲਜ ਜਿਹੜਾ ਕਿ ਟੋਰੰਟੋ ਮਿਸੀਸਾਗਾ ਔਰ ਸਾਰਨੀਆ 3 ਕੈਂਪਸ ਨੇ। NBCC ਨਿਊ ਬਰੰਜਵਿਕ ਕਮਿਊਨਿਟੀ ਕਾਲਜ ਜਿਹੜਾ ਕਿ ਨਿਊ ਬਰੰਜਵਿਕ ਦੇ ਵਿੱਚ ਹੈਗਾ। ਸੋ ਇਹ ਕਾਲਜ ਦੇ ਵਿੱਚ ਕਾਫੀ ਫੀਸਾਂ ਘੱਟ ਨੇ। 2 ਸਾਲ ਦੀ ਫੀਸਾਂ ਜਿਹੜੀਆਂ ਕਿ ਅਦਰਵਾਈਜ਼ 32-34 ਹਜ਼ਾਰ ਹੁੰਦੀਆਂ ਨੇ, ਇਹਨਾਂ ਕਾਲਜ ਦੇ ਵਿੱਚ ਕਾਫੀ ਸਾਰੇ ਕੋਰਸਿਸ ਦੀ 25-26 ਹਜ਼ਾਰ, ਕੁਝ ਕੋਰਸਿਸ ਦੀ $20,000 ਫੀਸ ਕਾਫੀ ਬਚਤ ਵਾਲੀ ਹੈ। ਸੋ ਇਹ ਜਿਹੜੀਆਂ ਚੀਜ਼ਾਂ ਦੀ ਨੌਲੇਜ ਇਨਫੋਰਮੇਸ਼ਨ ਦੇਣੀ ਸਟੂਡੈਂਟਸ ਨੂੰ ਕੰਸਲਟੈਂਟਸ ਦਾ ਕੰਮ ਹੈਗਾ, ਔਰ ਸਾਡੇ ਕੋਲੇ ਸਾਰੀ ਨੌਲੇਜ ਇਨਫੋਰਮੇਸ਼ਨ ਹੁੰਦੀ ਹੈਗੀ ਹੈ। ਔਰ ਸਟੂਡੈਂਟਸ ਨੂੰ ਮਿਲਣ ਦੇ ਲਈ ਸਾਰਾ ਜਿਹੜੀ ਟੀਮਸ ਨੂੰ ਇਕੱਠਾ ਕਰਕੇ ਅੰਡਰ ਵਨ ਰੂਫ ਕਾਲਜਿਸ ਵੀ ਬੜੇ ਸਾਰੇ ਪਾਰਟਿਸਿਪੇਟ ਕਰਦੇ ਆ ਜਦੋਂ ਅਸੀਂ ਸੈਮੀਨਾਰ ਲਗਾਉਂਦੇ ਹੈਗੇ ਆ। ਔਰ ਮੈਂ ਖਾਸ ਤੌਰ ਤੇ ਖੁਦ ਸਟੂਡੈਂਟਸ ਔਰ ਪੇਰੈਂਟਸ ਨੂੰ ਮਿਲਦਾ ਹੈਗਾ, ਸੈਮੀਨਾਰ ਅਰੇਂਜ ਕਰਦੇ ਹੈਗੇ ਆ। ਕੰਪਨੀ ਨੇ ਪਿਛਲੇ 1 ਮਹੀਨੇ ਦੇ ਵਿੱਚ ਬੜੇ ਸਾਰੇ ਸੈਮੀਨਾਰ ਲਗਾਏ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ। ਅਗਲੇ 1 ਮਹੀਨੇ ਦੇ ਵਿੱਚ ਹੋਰ ਸੈਮੀਨਾਰਸ ਅਸੀਂ ਲਗਾ ਰਹੇ ਹੈਗੇ ਆ। ਮੈਂ ਡੇਟਸ ਅਨਾਉਂਸ ਕਰਦਾ ਹੈਗਾ। ਆਫ ਕੋਰਸ ਫੇਸਬੁੱਕ, ਇੰਸਟਾਗ੍ਰਾਮ, YouTube ਵਗੈਰਾ ਤੇ ਸਾਰੇ ਬੜੀ ਸਾਰੀ ਜਿਹੜੀ ਐਡਵਰਟਾਈਜ਼ਮੈਂਟਸ ਔਰ ਇਹ ਸਾਰੇ ਇਨਫੋਰਮੇਸ਼ਨ ਉੱਥੇ ਦਿੱਤੀ ਗਈ ਹੈਗੀ ਆ ਆਲਰੇਡੀ। ਅੱਜ ਸ਼ਨੀਵਾਰ 11 ਸਤੰਬਰ ਚੰਡੀਗੜ੍ਹ ਆਫਿਸ ਦੇ ਵਿੱਚ, 14 ਤਰੀਕ ਨੂੰ ਯਮੁਨਾ ਨਗਰ ਹਰਿਆਣਾ ਦੇ ਵਿੱਚ ਕੁਝ ਸਿਟੀਜ਼ ਦੇ ਵਿੱਚ ਅਸੀਂ ਸੈਮੀਨਾਰਸ ਲਗਾ ਰਹੇ ਹਾਂ। ਔਰ 14 ਤਰੀਕ ਨੂੰ ਯਮੁਨਾ ਨਗਰ, 15 ਨੂੰ ਕੁਰੂਕਸ਼ੇਤਰ, 16 ਨੂੰ ਕਰਨਾਲ, 17 ਨੂੰ ਅੰਬਾਲਾ, 23 ਤਰੀਕ ਨੂੰ ਪੰਜਾਬ ਦੇ ਵਿੱਚ ਫਿਰ ਸ਼ੁਰੂ ਕਰਾਂਗੇ, 23 ਨੂੰ ਜਲੰਧਰ, 24 ਨੂੰ ਅੰਮ੍ਰਿਤਸਰ ਸਾਹਿਬ, 25 ਨੂੰ ਲੁਧਿਆਣਾ ਔਰ 30 ਅਕਤੂਬਰ ਨੂੰ ਮੋਗਾ। ਉਸ ਤੋਂ ਬਾਅਦ 30 ਸਤੰਬਰ ਨੂੰ ਮੋਗਾ ਔਰ 1 ਅਕਤੂਬਰ ਜਿਹੜਾ ਹੈਗਾ ਫਿਰੋਜ਼ਪੁਰ, 2 ਨੂੰ ਬਠਿੰਡਾ, 3 ਅਕਤੂਬਰ ਨੂੰ ਬਰਨਾਲਾ। ਬੜੇ ਸਾਰੇ ਕਾਲਜਿਸ ਪਾਰਟਿਸਿਪੇਟ ਕਰਦੇ ਨੇ, ਲੇਕਿਨ ਧਿਆਨ ਰੱਖਣਾ ਹੈਗਾ ਕਾਲਜਿਸ ਜਿਹੜੇ ਹੈ ਆਪਣੇ ਕਾਲਜ ਦੀ ਹੀ ਇਨਫੋਰਮੇਸ਼ਨ ਦਿੰਦੇ ਆ, ਦੂਜੇ ਕਾਲਜਾਂ ਦੀ ਇਨਫੋਰਮੇਸ਼ਨ ਨਹੀਂ ਦਿੰਦੇ। ਤੁਹਾਨੂੰ ਕਿਹੜਾ ਕਾਲਜ ਸੂਟ ਕਰਦਾ, ਕਿਹੜਾ ਕੋਰਸ ਸੂਟ ਕਰਦਾ, ਕਿੱਥੇ ਫੀਸ ਘੱਟ ਲੱਗੇਗੀ, ਇਹ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਕੰਸਲਟੈਂਟ ਨੇ ਦੱਸਣੀਆਂ। ਕੰਸਲਟੈਂਟ ਸਾਰੇ ਕਾਲਜਾਂ ਦੀ ਇਨਫੋਰਮੇਸ਼ਨ ਹੁੰਦੀ ਹੈ, ਕੰਸਲਟੈਂਟ ਕੋਲੇ ਨੌਲੇਜ ਹੁੰਦੀ ਹੈ ਤੁਹਾਡੇ ਭਲੇ ਦੇ ਵਿੱਚ। ਉਹੀ ਸਾਰੀਆਂ ਗੱਲਾਂ ਨੂੰ ਦੇਖ ਕੇ ਤੁਹਾਡਾ ਵੀਜ਼ਾ ਵੀ ਲੱਗ ਜੇ, ਤੁਹਾਡੇ ਰੈਲੇਵੈਂਟ ਪ੍ਰੋਗਰਾਮ ਹੋਵੇ, ਤੁਹਾਨੂੰ ਅੱਗੇ ਜਾ ਕੇ ਤਕਲੀਫ ਨਾ ਹੋਵੇ, ਬੱਚੇ ਦਾ ਕੈਰੀਅਰ ਬਣ ਜਾਵੇ, ਕੈਰੀਅਰ ਪ੍ਰੋਸਪੈਕਟਸ ਕੋਰਸ ਕਰਨ ਤੋਂ ਬਾਅਦ ਚੰਗੇ ਹੋਣ। ਇਹ ਸਾਰੀਆਂ ਚੀਜ਼ਾਂ ਦੇਖਣੀਆਂ ਨੇ ਕੰਸਲਟੈਂਟ ਨੇ। ਇਸ ਕਰਕੇ ਆਪਣੇ ਕੰਸਲਟੈਂਟ ਨੂੰ ਵੈਲਿਊ ਦੇ ਕੇ ਕੰਸਲਟੈਂਟ ਨੂੰ ਜ਼ਰੂਰ ਮਿਲਣਾ ਹੈ। ਕਾਲਜ ਨੂੰ ਮਿਲਣ ਦੇ ਬਾਵਜੂਦ, ਕਾਲਜ ਨਾਲ ਗੱਲਬਾਤ ਕਰਨ ਦੇ ਬਾਵਜੂਦ, ਕਾਲਜ ਨਾਲ ਸਾਰੀ ਡਿਸੀਜਨ ਸੋਚ ਵਿਚਾਰ ਫਾਈਨਲ ਕਰਨ ਦੇ ਬਾਵਜੂਦ ਆਪਣੇ ਕੰਸਲਟੈਂਟ ਨੂੰ ਮਿਲ ਕੇ ਆਪਣੀ ਕੰਸਲਟੈਂਟ ਦੀ ਸਲਾਹ ਨੂੰ ਵੈਲਿਊ ਦੇਣੀ। ਔਰ ਇਹ ਸੈਮੀਨਾਰਸ ਦੇ ਵਿੱਚ ਅਸੀਂ ਬੜੇ ਸਾਰੇ ਜਿਹੜੇ ਸਿਲੈਕਟਡ ਸਟੂਡੈਂਟਸ ਕੋਲੋਂ ਕਾਲਜ ਦੀ ਐਪਲੀਕੇਸ਼ਨ ਫੀਸ ਵੀ ਨਹੀਂ ਲਵਾਂਗੇ ਔਰ ਕੰਪਨੀ ਫੀਸ ਵੀ ਨਹੀਂ ਲਵਾਂਗੇ, ਕਿਉਂਕਿ ਅਸੀਂ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੈਗੇ ਆ। ਬੜੇ ਸਾਰੇ ਇਹ ਸਾਰੇ ਜਿਹੜੇ ਕੈਨੇਡੀਅਨ ਜਾਂ ਆਸਟ੍ਰੇਲੀਆ ਦੇ ਬਹੁਤ ਸਾਰੇ ਇੰਸਟੀਟਿਊਸ਼ਨਸ, ਕਾਲਜ, ਯੂਨੀਵਰਸਿਟੀਜ਼ ਦੇ, ਔਰ ਕਾਲਜ, ਯੂਨੀਵਰਸਿਟੀ ਸਾਨੂੰ ਆਫਿਸਿਸ ਦੇ ਖਰਚੇ ਦਿੰਦੇ ਨੇ ਜਦੋਂ ਬੱਚਿਆਂ ਦੇ ਵੀਜ਼ੇ ਲੱਗ ਕੇ ਉੱਥੇ ਜਾਂਦੇ ਨੇ। ਸੋ ਵੈਲਕਮ। ਰਿਜ਼ਲਟਸ ਆ ਰਹੇ ਨੇ ਸਟੂਡੈਂਟਸ ਦੇ, ਜਿਨ੍ਹਾਂ ਦੀਆਂ ਫਾਈਲਾਂ ਲੱਗੀਆਂ ਹੋਈਆਂ ਨੇ, ਵੀਜ਼ਾ ਆ ਰਹੇ ਨੇ। ਬਹੁਤ ਸਾਰੇ ਸਟੂਡੈਂਟਸ ਪਹੁੰਚ ਚੁੱਕੇ ਨੇ, ਕਿਉਂਕਿ ਸਤੰਬਰ ਦੇ ਵਿੱਚ ਕਲਾਸਿਸ ਸ਼ੁਰੂ ਹੋ ਗਈਆਂ ਨੇ 7 ਸਤੰਬਰ ਨੂੰ। ਔਰ ਬਹੁਤ ਸਾਰੇ ਬੱਚਿਆਂ ਨੇ ਇੱਥੋਂ ਹੀ, ਇੰਡੀਆ ਤੋਂ ਹੀ ਆਨਲਾਈਨ ਕਲਾਸਿਸ ਸ਼ੁਰੂ ਕਰ ਦਿੱਤੀਆਂ ਨੇ। ਰਜਿਸਟ੍ਰੇਸ਼ਨ ਜਿਹੜੀ ਹੈ ਉਹ ਵੀ ਕਈ ਵਾਰੀ ਦਿੱਕਤ ਵਾਲੀ ਗੱਲ ਹੁੰਦੀ ਹੈ। ਸਟੂਡੈਂਟਸ ਨੂੰ ਬੜੇ ਧਿਆਨ ਨਾਲ ਰਜਿਸਟ੍ਰੇਸ਼ਨ ਕਰਨੀ ਪੈਂਦੀ ਹੈਗੀ ਹੈ। ਕੁਛ ਦੀ ਹਾਲੇ ਕਲਾਸਿਸ ਸ਼ੁਰੂ ਹੋਣੀਆਂ ਨੇ। ਸਟੂਡੈਂਟਸ ਬੜੇ ਅਲਰਟ ਰਹਿਣ, ਪੂਰਾ ਧਿਆਨ ਰੱਖਣ। ਆਪਣੇ ਕਾਲਜ ਨੂੰ ਦਿੱਤੀ ਹੋਈ ਈਮੇਲ ID ਔਰ ਕਾਲਜ ਦੀ ਐਪ ਬੜੇ ਧਿਆਨ ਨਾਲ ਦੇਖਣੀ ਹੈਗੀ ਹੈ ਔਰ ਡੇਲੀ ਮੈਸੇजेस ਚੈੱਕ ਕਰਨੇ ਨੇ। ਔਰ ਜੋ ਵੀ ਈਮੇਲ ਜਾਂ ਮੈਸੇਜ ਆਉਂਦੇ ਨੇ ਉਹਨਾਂ ਨੂੰ ਧਿਆਨ ਨਾਲ ਪੜ੍ਹਨਾ ਹੈ। ਕੋਈ ਨਹੀਂ ਸਮਝ ਆਉਂਦੀ ਤਾਂ ਆਪਣੇ ਕੰਸਲਟੈਂਟ ਨਾਲ ਗੱਲ ਕਰਨੀ ਹੈ ਔਰ ਉਸ ਦੇ ਮੁਤਾਬਕ ਐਕਸ਼ਨ ਲੈਣਾ ਹੈਗਾ ਇਫ ਰਿਕੁਆਇਰਡ। ਦਾ ਮਤਲਬ ਇਹ ਕਿ ਕਈ ਵਾਰੀ ਕੋਈ ਡਾਕੂਮੈਂਟ ਭੇਜਣੇ ਨੇ, ਰਜਿਸਟ੍ਰੇਸ਼ਨ ਕਰਨੀ ਹੈ, ਕਲਾਸਿਸ ਲਗਾਉਣੀਆਂ ਨੇ, ਸਕੈਡਿਊਲ ਆਪਣਾ ਦੇਖਣਾ ਹੈਗਾ ਔਰ ਫਾਈਨਲ ਕਰਨਾ ਹੈਗਾ। ਇਹ ਸਾਰੇ ਜਿਹੜੇ ਕੰਮ ਕਰਕੇ ਆਪਣੀ ਕਲਾਸਿਸ ਧਿਆਨ ਨਾਲ ਟਾਈਮ ਸਿਰ ਲਗਾਉਣੀਆਂ ਨੇ। ਔਰ ਅੱਛਾ ਕੰਪਿਊਟਰ, ਅੱਛਾ ਇੰਟਰਨੈਟ ਜ਼ਰੂਰੀ ਹੈਗਾ, ਭਾਵੇਂ ਖਰਚਾ ਕਰਨਾ ਪੈ ਜੇ। ਸੋ ਰਿਜ਼ਲਟਸ ਵੀ ਕਾਫੀ ਅੱਛੇ ਆ ਰਹੇ ਨੇ ਔਰ ਵੀਜ਼ਾ ਆ ਰਹੇ ਨੇ। 6-5.5 ਵਾਲਿਆਂ ਦੇ ਵੀ ਵੀਜ਼ੇ ਆਏ ਨੇ ਬਹੁਤ ਸਾਰੇ ਬੱਚਿਆਂ ਦੇ। ਕੋਈ ਡਰਨ ਦੀ ਜ਼ਰੂਰਤ ਨਹੀਂ। ਹਾਲਾਂਕਿ ਫਿਰ ਵੀ ਮੈਂ ਇਹ ਕਹਿਣਾ ਹੈਗਾ ਕਿ ਅਗਰ ਮਾਰਕਸ
ज़्यादा नहीं तो फिर 6 ओवरऑल 6 नॉट लैस दैन 5.5 के नाल तो काफ़ी चंगे चांस रहणगे। लेकिन अगर मार्क्स भी घट ने, मान लो 55% नंबर ने और ओवरऑल 6 नॉट लैस दैन 5.5 ने, वीज़ा चांसिस ਵਧਾਉਣ ਵਾਸਤੇ ਬੱਚਿਆਂ ਨੂੰ ਵਾਈਲ ਵੀ ਆਰ ਟੇਕਿੰਗ ਕੇਅਰ ਆਫ ਦ ਕੇਸਿਸ ਕਿ ਉਹ ਸਾਡੇ ਕੋਲ ਆਉਂਦੇ ਨੇ, ਅਸੀਂ ਕਾਲਜ ਵਿੱਚ ਉਹਨਾਂ ਦੀ ਅਪਲਾਈ ਕਰਦੇ ਹੈਗੇ ਆ, ਆਫਰ ਲੈਟਰ ਆਉਂਦੀ ਹੈ, ਫੀਸਾਂ ਭਰਦੇ ਆ, ਫਾਈਲ ਤਿਆਰ ਕਰਦੇ ਆ, ਇਸ ਸਾਰੇ ਪ੍ਰੋਸੈਸ ਨੂੰ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਹੈ। ਤੇ ਡਿਊਰਿੰਗ ਦੈਟ ਟਾਈਮ ਸਟੂਡੈਂਟਸ ਨੂੰ ਚਾਹੀਦਾ ਹੈਗਾ ਕਿ ਉਹ ਆਪਣਾ ਇੱਕ ਵਾਰੀ ਹੋਰ ਤਿਆਰੀ ਕਰਕੇ ਆਈਲੈਟਸ ਦਾ ਟੈਸਟ 1-2 ਵਾਰੀ ਦੇ ਲੈਣ ਤਾਂ ਕਿ ਜ਼ਿਆਦਾ ਬੈਟਰ ਅਗਰ ਬੈਂਡਸ ਆ ਜਾਣਗੇ ਤੇ ਅਸੀਂ ਨਵੇਂ ਵਾਲਾ ਰਿਜ਼ਲਟ ਦੇ ਨਾਲ ਹੀ ਅੰਬੈਸੀ ਨੂੰ ਫਾਈਲ ਲਗਾਵਾਂਗੇ। ਔਰ ਈਵਨ ਕਿ ਅੰਬੈਸੀ ਵਿੱਚ ਫਾਈਲ ਲਗਾ ਵੀ ਦਿੱਤੀ ਹੈ ਤਾਂ ਫਿਰ ਜਿਹੜੀ ਅਪਡੇਟਡ ਜਿਹੜਾ ਬੈਟਰ ਵਾਲਾ ਰਿਜ਼ਲਟ ਹੈਗਾ ਉਸ ਨੂੰ ਅਪਡੇਟ ਕਰ ਦੇਵਾਂਗੇ, ਅੰਬੈਸੀ ਨੂੰ ਨਵਾਂ ਰਿਜ਼ਲਟ ਭੇਜ ਦੇਵਾਂਗੇ, ਕੋਈ ਦਿੱਕਤ ਨਹੀਂ ਹੈਗੀ। ਹੁਣ ਜਿਨ੍ਹਾਂ ਨੇ ਅਪਲਾਈ ਕਰਨਾ ਹੈਗਾ ਉਹਨਾਂ ਨੇ 2-3 ਕਾਲਜਿਸ ਦੇ ਵਿੱਚ, ਹੁਣ ਜਨਵਰੀ ਇਨਟੇਕ ਦਾ ਲਾਸਟ ਟਾਈਮ ਚੱਲਦਾ ਪਿਆ ਹੈਗਾ, ਬਹੁਤ ਸਾਰੇ ਕਾਲਜਿਸ ਦੇ ਜ਼ਿਆਦਾਤਰ ਕੋਰਸਿਸ ਬੰਦ ਹੋ ਗਏ ਨੇ ਔਰ ਕਈਆਂ ਨੇ ਮਈ ਦੇ ਵੀ ਖੋਲ੍ਹ ਦਿੱਤੇ ਨੇ, ਕਈਆਂ ਕਾਲਜਾਂ ਦੇ ਮਈ ਦੇ ਵੀ ਅੱਧੇ ਪੌਣੇ ਕੋਰਸਿਸ, ਕਾਫੀ ਕੋਰਸਿਸ ਬੰਦ ਖਤਮ ਹੋ ਚੁੱਕੇ ਨੇ, ਸੀਟਾਂ ਫੁੱਲ ਹੋ ਚੁੱਕੀਆਂ ਨੇ ਔਰ ਸੈਪਟੰਬਰ ਦੇ ਵੀ ਕਈ ਕਾਲਜਿਸ ਜਿਹੜੇ ਸ਼ੁਰੂ ਹੋ ਚੁੱਕੇ ਨੇ ਐਡਮਿਸ਼ਨਸ। ਸੋ ਇਸ ਕਰਕੇ ਜਨਵਰੀ ਦੇ ਜਿਹੜੇ ਹੈ ਇੱਕ ਆਖਰੀ ਟਾਈਮ ਜਿਹੜਾ ਹੈ ਦਾ ਮਤਲਬ ਇਹ ਕਿ ਕਈ ਕਾਲਜਿਸ ਵਿੱਚ ਕੁਝ ਸੀਟਾਂ ਬਾਕੀ ਨੇ, ਲੇਟ ਨਹੀਂ ਕਰਨਾ, ਫਟਾਫਟ ਅਪਲਾਈ ਕਰਨਾ। ਔਰ ਜਿਨ੍ਹਾਂ ਸਟੂਡੈਂਟਸ ਦਾ ਆਨਲਾਈਨ ਰਿਜ਼ਲਟ ਆਉਣ ਵਾਲਾ ਹੈਗਾ ਜਾਂ ਆ ਗਿਆ ਹੈਗਾ ਉਹ TRF ਵਗੈਰਾ ਦੀ ਵੇਟ ਨਾ ਕਰਨ, ਇਮੀਡੀਏਟਲੀ ਜ਼ਿਆਦਾਤਰ ਕਾਲਜਿਸ ਦੇ ਵਿੱਚ ਆਨਲਾਈਨ ਐਪਲੀਕੇਸ਼ਨ ਜਾਂਦੀ ਹੈ, ਵਿਦਆਊਟ ਡਾਕੂਮੈਂਟਸ ਆਨਲਾਈਨ ਐਪਲੀਕੇਸ਼ਨ ਸਬਮਿਟ ਕਰ ਦਿੰਦੇ ਹੈਗੇ ਆਪਾਂ। ਜਦੋਂ ਆਨਲਾਈਨ ਰਿਜ਼ਲਟ ਆ ਗਿਆ, ਪਤਾ ਹੈਗਾ ਕਿ ਇੰਨੇ ਬੈਂਡ ਆ ਗਏ ਨੇ, ਇਸ ਕਾਲਜ ਵਾਸਤੇ ਐਲੀਜੀਬਲ ਹੈਗੇ ਆ, ਤੇ ਆਪਾਂ ਉਹਨਾਂ ਕਾਲਜਿਸ ਦੇ ਵਿੱਚ ਅਪਲਾਈ ਕਰ ਦਈਏ ਔਰ ਬਾਅਦ ਦੇ ਵਿੱਚ 2-4-5 ਦਿਨ ਵਿੱਚ ਜਦੋਂ TRF ਆਏਗੀ ਬਾਅਦ ਦੇ ਵਿੱਚ ਡਾਕੂਮੈਂਟ ਅਪਲੋਡ ਕਰ ਦੇਵਾਂਗੇ ਕਾਲਜਿਸ ਦੇ ਵਿੱਚ। ਔਰ ਈਵਨ ਕਿ ਹਾਲੇ ਆਈਲੈਟਸ ਦਾ ਟੈਸਟ ਦੀ ਡੇਟ ਬੁੱਕ ਕਰਾਈ ਹੈ, ਟੈਸਟ ਦਿੱਤਾ ਵੀ ਨਹੀਂ, ਫਿਰ ਵੀ ਕਈ ਕਾਲਜਿਸ ਜਿਸ ਤਰ੍ਹਾਂ ਕਿ ਲੈਂਪਟਨ ਕਾਲਜ ਹੈਗਾ, ਹੋਰ ਵੀ ਕਈ ਕਾਲਜਿਸ ਹੈਗੇ ਨੇ ਜਿਹੜੇ ਲਿਸਟ ਹੈਗੀ ਹੈ ਕਿ ਇਹ ਕਾਲਜਿਸ ਕੰਡੀਸ਼ਨਲ ਆਫਰ ਲੈਟਰ ਦੇ ਦਿੰਦੇ ਨੇ। ਦਾ ਮਤਲਬ ਇਹ ਕਿ ਆਪਾਂ ਰਿਜ਼ਲਟ ਜਿਹੜਾ ਹੈ ਐਜੂਕੇਸ਼ਨ ਦਾ ਭੇਜ ਦੇਵਾਂਗੇ, ਆਈਲੈਟਸ ਦੀ ਬੁਕਿੰਗ ਦੀ ਜਿਹੜੀ ਹੈ ਇੱਕ ਰਸੀਦ ਪ੍ਰੂਫ ਭੇਜ ਦਾਂਗੇ ਔਰ ਉਹ ਆਪਾਂ ਨੂੰ ਆਫਰ ਲੈਟਰ ਭੇਜ ਦੇਣਗੇ ਵਿਦ ਏ ਕੰਡੀਸ਼ਨ ਕਿ ਤੁਹਾਡੇ ਜਿੰਨੀ ਬੈਂਡ ਦੀ ਉਹਨਾਂ ਨੂੰ ਰਿਕੁਆਇਰਮੈਂਟ ਹੈਗੀ ਆ ਉਨੇ ਬੈਂਡ ਆਪਾਂ ਲੈ ਲਵਾਂਗੇ। ਇਹ ਕਹਿ ਕੇ ਉਹਨਾਂ ਨੂੰ ਜਦੋਂ ਆਈਲੈਟਸ ਦਾ ਰਿਜ਼ਲਟ ਆਏਗਾ ਤੇ ਭੇਜ ਦੇਵਾਂਗੇ ਤੇ ਉਹ ਕੰਡੀਸ਼ਨਲ ਵਾਲੀ ਆਫਰ ਲੈਟਰ ਅਨਕੰਡੀਸ਼ਨਲ ਵਿੱਚ ਚੇਂਜ ਕਰ ਦੇਣਗੇ ਕਾਲਜ। ਪਰ ਅਗਰ ਉਨੇ ਬੈਂਡਸ ਨਹੀਂ ਆਉਂਦੇ ਜਿੰਨੇ ਰਿਕੁਆਇਰਡ ਹੈਗੇ ਆ, ਮੰਨ ਲਓ 6 ਸੀਟਸ ਕਿਸੇ ਕਾਲਜ ਨੂੰ ਚਾਹੀਦੇ ਨੇ, ਮੰਨ ਲਓ ਲੈਂਪਟਨ ਕਾਲਜ ਨੂੰ ਪੋਸਟ ਸੈਕੰਡਰੀ ਪ੍ਰੋਗਰਾਮ ਦੇ ਵਾਸਤੇ 6 ਸੀਟਸ ਚਾਹੀਦੇ ਨੇ ਔਰ ਉਹਨੇ ਨਹੀਂ ਆਉਂਦੇ ਤੇ ਉਹ ਆਫਰ ਲੈਟਰ ਇਨਵੈਲਿਡ ਹੋ ਜਾਏਗੀ, ਨਹੀਂ ਮੰਨੀ ਜਾਏਗੀ ਕਿਉਂਕਿ ਉਸ ਦੀ ਕੰਡੀਸ਼ਨ ਸੀਗੀ ਇਹ। ਕਿਸੇ ਸਟੂਡੈਂਟ ਦਾ ਮੈਨੂੰ ਫੋਨ ਆਇਆ ਕਿ ਜੀ ਕੋਈ ਕੰਸਲਟੈਂਟ ਕਹਿ ਰਿਹਾ ਹੈਗਾ ਕਿ ਮੰਨ ਲਓ ਕਿ ਕਿਸੇ ਯੂਨੀਵਰਸਿਟੀ ਆਫ ਰਜਾਈਨਾ ਦੇ ਵਿੱਚ ਮੈਥ ਬੱਚੇ ਨੇ ਨਹੀਂ ਪੜ੍ਹਿਆ ਸੀਗਾ ਜੀ, ਐਡਮਿਸ਼ਨ ਹੋ ਜਾਏਗੀ। ਸਾਡੇ ਨਾਲ ਗੱਲਬਾਤ ਹੋਈ ਸੀ ਤੇ ਅਸੀਂ ਕਿਹਾ ਸੀ ਨਹੀਂ ਹੋਏਗੀ। ਦਾ ਮਤਲਬ ਇਹ ਕਿ ਜਦੋਂ ਉੱਥੇ ਅਪਲਾਈ ਕਰਾਂਗੇ ਤੇ ਉਹ ਕੰਡੀਸ਼ਨ ਲੱਗ ਕੇ ਆਉਂਦੀ ਹੈ ਬੜੇ ਸਾਰੇ ਕਾਲਜਿਸ ਦੇ ਵਿੱਚ ਕਿ ਮੈਥ ਉੱਥੇ ਜਾ ਕੇ ਪੜ੍ਹਨਾ ਪਏਗਾ ਤੇ ਇਹ ਅਲੱਗ-ਅਲੱਗ ਕਾਲਜਿਸ ਦੀ ਅਲੱਗ-ਅਲੱਗ ਰਿਕੁਆਇਰਮੈਂਟਸ ਔਰ ਇੰਡੀਆ ਤੋਂ ਅਨਕੰਡੀਸ਼ਨਲ ਆਫਰ ਲੈਟਰ ਚਾਹੀਦੀ ਹੈ। ਦਾ ਮਤਲਬ ਐਡਮਿਸ਼ਨ ਰਿਕੁਆਇਰਮੈਂਟਸ ਆਈਲੈਟਸ ਦੀਆਂ ਵੀ ਰਿਕੁਆਇਰਮੈਂਟਸ ਨੂੰ ਮੀਟ ਕਰਨਾ ਜ਼ਰੂਰੀ ਹੈਗਾ। ESL ਦਾ ਕੋਰਸ ਅਲਾਊਡ ਨਹੀਂ ਹੈਗਾ, ਉਸ ਦੇ ਨਾਲ ਵੀਜ਼ਾ ਨਹੀਂ ਲੱਗਦੇ। ਫੋਰ ਐਗਜ਼ਾਮਪਲ ਇੱਕ ਮੇਰੇ ਕੋਲ ਹੋਰ ਸਟੂਡੈਂਟ ਆ ਗਿਆ ਕਿ ਕਿਸੇ ਕੰਸਲਟੈਂਟ ਨੇ ਉਹਨਾਂ ਨੂੰ KPU ਤੋਂ ਆਫਰ ਲੈਟਰ ਲੈ ਦਿੱਤੀ, ਉਹਨਾਂ ਦੇ ਸੀਗੇ 6 ਈਚ ਬੈਂਡ। KPU ਕੁਆਂਟਲੈਂਡ ਪੋਲੀਟੈਕਨਿਕ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਹੈਗੀ ਹੈ 6.5 ਨਾਟ ਲੈਸ ਦੈਨ 6 ਔਰ 6 ਈਚ ਦੇ ਨਾਲ KPU ਇੱਕ ਆਈਲੈਟਸ ਦੀ ਕੰਡੀਸ਼ਨ ਦੇ ਨਾਲ ਕਿ ਤੁਸੀਂ ESL ਦੀ ਕੰਡੀਸ਼ਨ ਦੇ ਨਾਲ ਕਿ ਉੱਥੇ ਆ ਕੇ ESL ਦਾ ਮਤਲਬ ਇੰਗਲਿਸ਼ ਦਾ ਕੋਰਸ ਕਰੋਗੇ, ਪਹਿਲਾਂ ਇੰਗਲਿਸ਼ ਦਾ ਕੋਰਸ ਕਰਨਾ ਹੈ, ਉਸ ਤੋਂ ਬਾਅਦ ਉਹ ਪਾਸ ਕਰਕੇ ਉਸ ਤੋਂ ਬਾਅਦ ਮੇਨ ਕੋਰਸ ਤੁਸੀਂ ਸ਼ੁਰੂ ਕਰੋਗੇ। ਇਹ ਆਫਰ ਲੈਟਰ ਉਹਨਾਂ ਕੋਲ ਸੀਗੀ ਤੇ ਇਹ ਠੀਕ ਨਹੀਂ ਹੈਗੀ ਹੈ, ਇਸ ਦੇ ਨਾਲ ਵੀਜ਼ਾ ਨਹੀਂ ਲੱਗੇਗਾ, ਰਿਫਿਊਜ਼ਲ ਹੋਏਗੀ। ਔਰ ਇਹ ਜੈਨੂਇਨ ਗੱਲ ਹੈ ਕਿ ਉੱਥੇ
ਕੈਨੇਡਾ ਵਿੱਚ ਸਾਡੇ ਆਫਿਸਿਸ ਉੱਥੇ ਜਦੋਂ ਮੈਂ ਹੁੰਨਾ ਤੇ ਬੜੇ ਸਾਰੇ ਜਾਂ ਇੱਥੇ ਵੀ ਹੁੰਨਾ ਤੇ ਬੜੇ ਸਾਰੇ ਉੱਥੇ ਦੇ ਆਫਿਸਿਸ ਵਿੱਚ ਜਿਹੜੇ ਬੱਚੇ ਗੱਲਬਾਤ ਕਰਦੇ ਨੇ ਮੇਰੇ ਨਾਲ ਫਿਰ ਸਿੱਧੀ ਗੱਲਬਾਤ ਹੁੰਦੀ ਹੈ ਜਾਂ ਮੇਰੇ ਆਫਿਸ ਵਾਲਿਆਂ ਦੀ ਗੱਲਬਾਤ ਹੁੰਦੀ ਹੈ ਤੇ ਉੱਥੇ ਜਿਹੜੇ ਸਟੂਡੈਂਟਸ ਪਹੁੰਚ ਜਾਂਦੇ ਨੇ ਵੀਜ਼ਾ ਲੱਗ ਕੇ ਉਹ ਮੰਨ ਲਓ KP 'ਚ ਐਡਮਿਸ਼ਨ ਲੈਂਦੇ ਨੇ ਤੇ ਉੱਥੇ ਕਿਉਂਕਿ ਆਲਰੇਡੀ ਵੀਜ਼ਾ ਲੱਗਿਆ ਹੋਇਆ ਹੈਗਾ ਕਾਲਜ ਸ਼ਿਫਟ ਕੀਤਾ ਕਾਲਜ ਚੇਂਜ ਕੀਤਾ ਕਿਸੇ ਹੋਰ ਕਾਲਜ ਵਿੱਚ ਗਏ ਸੀ ਐਲੀਜੀਬਿਲਿਟੀ ਬਣਦੀ ਸੀਗੀ 6 ਵਾਲਾ ਕਾਲਜ ਔਰ ਫਿਰ KPU ਦੇ ਵਿੱਚ ਚੇਂਜ ਹੋਏ ESL ਲੱਗੀ ESL ਦੇ ਨਾਲ ਅੰਗਰੇਜ਼ੀ ਦਾ ਕੋਰਸ ਸ਼ੁਰੂ ਕਰ ਦਿੱਤਾ ਔਰ ਉਹਨਾਂ ਕੋਲੋਂ ਅੰਗਰੇਜ਼ੀ ਦਾ ਕੋਰਸ ਹੀ ਨਹੀਂ ਪਾਸ ਹੋਇਆ ਬਾਅਦ ਦੇ ਵਿੱਚ ਮੇਨ ਕੋਰਸ ਤਾਂ ਬਾਅਦ ਦੀ ਗੱਲ ਹੈ ਕਿ ਅੰਗਰੇਜ਼ੀ ਦਾ ਕੋਰਸ ਹੀ ਨਹੀਂ ਪਾਸ ਹੋਇਆ ਕਿਉਂਕਿ ਬਾਅਦ ਟੈਸਟ ਦੇ ਕੇ ਕਲੀਅਰ ਹੋ ਕੇ ਫਿਰ ਹੀ ਮੇਨ ਕੋਰਸ ਹੀ ਜਾਣਗੇ ਔਰ ਸਟੂਡੈਂਟ ਦੀ ਫਿਰ ਕਾਲ ਆਉਂਦੀ ਹੈ ਕਿ ਜੀ ਸਾਡੇ ਕੋਲੋਂ ਟੈਸਟ ਨਹੀਂ ਕਲੀਅਰ ਹੋਇਆ ਹੁਣ ਕੀ ਕਰੀਏ ਫਿਰ ਦੁਬਾਰਾ ਕਾਲਜ ਚੇਂਜ ਕਰਨਾ ਪੈਣਾ ਦੁਬਾਰਾ ਕਿਸੇ ਹੋਰ ਕਾਲਜ ਜਿੱਥੇ ਕਿ ਕੰਡੀਸ਼ਨ ਆਈਲੈਟਸ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਲੋ ਹੋਵੇ ਉਨੀ ਨਾ ਹੋਵੇ 6 ਚ ਹੋਵੇ ਕਿਉਂਕਿ ਬੜੇ ਸਾਰੇ ਕਾਲਜਿਸ ਓਵਰਆਲ 6 ਨਾਟ ਲੈਸ ਦੈਨ 5.5 ਜਾਂ 6 ਚ ਨਾਲ ਵੀ ਪੋਸਟ ਗ੍ਰੈਜੂਏਟ ਵੀ ਈਵਨ ਕਿ ਕੋਰਸ ਦੇ ਦਿੰਦੇ ਨੇ ਸੂ ਕਾਲਜ ਹੈਗਾ ਜਿਹੜਾ ਟੋਰਾਂਟੋ ਮਿਸੀਸਾਗਾ ਬਰੈਂਪਟਨ ਔਰ ਸੇਂਟ ਮੈਰੀ ਸਿਟੀ ਦੇ ਵਿੱਚ ਹੈਗਾ CNC ਕਾਲਜ ਹੈਗਾ ਜਿਹੜਾ ਕਿ ਕਾਲਜ ਆਫ ਨਿਊ ਕੈਲੇਡੋਨੀਆ ਪ੍ਰਿੰਸ ਜਾਰਜ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਹੈਗਾ ਓਵਰਆਲ 6 ਨਾਟ ਲੈਸ ਦੈਨ 5.5 ਨਾਲ ਪੋਸਟ ਸੈਕੰਡਰੀ ਵੀ PG ਕੋਰਸਿਸ ਵੀ ਮਿਲ ਜਾਂਦੇ ਨੇ ਸੇਂਟ ਕਲੀਅਰ ਕਾਲਜ ਦੇ ਵਿੱਚ ਵੀ ਮਿਲ ਜਾਂਦੀ ਹੈ PG ਕੋਰਸਿਸ ਇੰਨੇ ਬੈਂਡਸ ਦੇ ਨਾਲ MITT ਜਿਹੜਾ ਮੈਨੀਟੋਬਾ ਇੰਸਟੀਚਿਊਟ ਆਫ ਟ੍ਰੇਡ ਐਂਡ ਟੈਕਨੋਲੋਜੀ ਦੇ ਵਿੱਚ ਵੀ ਮਿਲ ਜਾਂਦੀ ਹੈਗੀ ਹੈ ਕੋਨੇਸਟੋਗਾ ਕਾਲਜ ਵਿੱਚ ਪੋਸਟ ਸੈਕੰਡਰੀ ਦੀ ਪ੍ਰੋਗਰਾਮ ਦੀ ਰਿਕੁਆਇਰਮੈਂਟ ਓਵਰਆਲ 6 ਨਾਟ ਲੈਸ ਦੈਨ 5.5 ਸੋ ਇਹ ਜਿਹੜੀ ਹੈ ਇਹ ਇਹੋ ਜਿਹੇ ਜਿਨ੍ਹਾਂ ਦੀ ਲੋ ਰਿਕੁਆਇਰਮੈਂਟ ਹੈਗੀ ਹੈ ਜਦੋਂ ਕਿ ਕੋਨੇਸਟੋਗਾ ਦੀ ਮੈਂ ਗੱਲ ਕਰ ਰਿਹਾ ਪੋਸਟ ਸੈਕੰਡਰੀ ਪ੍ਰੋਗਰਾਮ ਦੀ ਰਿਕੁਆਇਰਮੈਂਟ ਓਵਰਆਲ 6 ਨਾਟ ਲੈਸ ਦੈਨ 5.5 ਹੈਗੀ ਹੈ ਤੇ KPU ਦੀ ਪੋਸਟ ਸੈਕੰਡਰੀ ਪ੍ਰੋਗਰਾਮ ਦੀ ਰਿਕੁਆਇਰਮੈਂਟ 6.5 ਨਾਟ ਲੈਸ ਦੈਨ 6 ਜ਼ਿਆਦਾ ਹੈਗੀ ਹੈ ਸੋ ਅਗਰ ਬੱਚੇ ਦੇ ਸਟੂਡੈਂਟਸ ਦੇ ਬੈਂਡ ਘੱਟ ਨੇ ਤੇ ਆਪਾਂ ਘੱਟ ਰਿਕੁਆਇਰਮੈਂਟ ਵਾਲੇ ਕਾਲਜ ਵਿੱਚ ਅਪਲਾਈ ਕਰਾਂਗੇ ਨਾ ਕਿ ਜ਼ਿਆਦਾ ਰਿਕੁਆਇਰਮੈਂਟ ਵਾਲੇ ਵਿੱਚ ਅਪਲਾਈ ਕਰਾਂਗੇ ਉੱਥੇ ਜਾਂ ਐਡਮਿਸ਼ਨ ਮਿਲੇਗੀ ਨਹੀਂ ਜਾਂ ESL ਲੱਗ ਕੇ ਮਿਲੇਗੀ ਤੇ ਵੀਜ਼ਾ ਨਹੀਂ ਮਿਲਣਾ ਸੋ ਇਹ ਸਾਰੀਆਂ ਗੱਲਾਂ ਕੰਡੀਸ਼ਨਸ ਰਿਕੁਆਇਰਮੈਂਟਸ ਕਾਲਜ ਦੀਆਂ ਜਿਹੜੀਆਂ ਉਹਨਾਂ ਦੀ ਐਲੀਜੀਬਿਲਿਟੀ ਕ੍ਰਾਈਟੇਰੀਆ ਸਾਰਾ ਕੁਝ ਧਿਆਨ ਰੱਖਣਾ ਹੁੰਦਾ ਹੈ ਕੰਸਲਟੈਂਟ ਦਾ ਕੰਮ ਹੈਗਾ ਐਕਸਪਰਟਸ ਜਿਨ੍ਹਾਂ ਨੇ ਕਈ ਸਾਲ ਲਾਏ ਹੁੰਦੇ ਆ ਇਸ ਫੀਲਡ ਦੇ ਵਿੱਚ ਕਿ ਕੀ ਰਿਕੁਆਇਰਮੈਂਟ ਔਰ ਕਿੱਥੇ ਫੀਸ ਘੱਟ ਕਿੱਥੇ ਬੈਂਡ ਕਿੰਨੇ ਬੈਂਡ ਦੀ ਰਿਕੁਆਇਰਮੈਂਟ ਵਗੈਰਾ ਔਰ ਕੰਡੀਸ਼ਨਲ ਆਫਰ ਲੈਟਰ ਕਿਹੜਾ ਕਾਲਜ ਦਿੰਦਾ ਹੈ ਕਿਹੜਾ ਨਹੀਂ ਦਿੰਦਾ ਸੋ ਵੈਲਕਮ ਔਰ ਸੈਮੀਨਾਰਸ ਦੇ ਵਿੱਚ ਖਾਸ ਤੌਰ ਤੇ ਵੈਲਕਮ ਜਿਸ ਤਰ੍ਹਾਂ ਮੈਂ ਅਲੱਗ-ਅਲੱਗ ਸਿਟੀਜ਼ ਦੇ ਵਿੱਚ ਅਨਾਉਂਸ ਕੀਤਾ ਸੀਗਾ ਹੁਣੇ ਜਿਨ੍ਹਾਂ ਨੇ ਲੇਟ ਜੁਆਇਨ ਕੀਤਾ ਉਹ ਇਸ ਨੂੰ ਰਿਮਾਈਂਡ ਕਰਕੇ ਜਿਹੜਾ ਹੈ ਪਹਿਲਾਂ ਵਾਲੇ ਜਿਹੜੇ ਸ਼ੁਰੂਆਤ ਦੇ ਵਿੱਚ ਦੇਖ ਸਕਦੇ ਨੇ ਕਿ ਮੈਂ ਤਰੀਕਾਂ ਬੋਲੀਆਂ ਸੀਗੀਆਂ ਅਲੱਗ-ਅਲੱਗ ਸਿਟੀਜ਼ ਦੇ ਵਿੱਚ ਸੈਮੀਨਾਰਸ ਅਗਲੇ ਸ਼ਨੀਵਾਰ ਸਵੇਰੇ 11 ਵਜੇ ਫਿਰ ਦੁਬਾਰਾ ਗੱਲਬਾਤ ਕਰਾਂਗੇ ਔਰ ਸੈਮੀਨਾਰਸ ਵਿੱਚ ਵੈਲਕਮ ਔਰ ਆਪਣੇ ਜਿਹੜੇ ਰਿਫਿਊਜ਼ਡ ਕੇਸਿਸ ਨੇ ਖਾਸ ਤੌਰ ਤੇ ਬੜੀ ਸਾਰੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਰਿਫਿਊਜ਼ਲਸ ਆਈਆਂ ਸੀਗੀਆਂ ਰੀਸੈਂਟਲੀ ਮਹੀਨਾ 2 ਮਹੀਨੇ ਪਹਿਲਾਂ ਤੋਂ ਆ ਰਹੀਆਂ ਨੇ ਬਹੁਤ ਜ਼ਿਆਦਾ ਉਹ ਸਾਰੇ ਰਿਫਿਊਜ਼ਡ ਕੇਸਿਸ ਵੀ ਇਹਨਾਂ ਸੈਮੀਨਾਰਸ ਵਿੱਚ ਵੈਲਕਮ ਔਰ ਆਪਣੀ ਰਿਫਿਊਜ਼ਲ ਲੈਟਰ ਕਾਲਜ ਦੀ ਆਫਰ ਲੈਟਰ ਆਪਣੇ ਡਾਕੂਮੈਂਟਸ ਸਭ ਕੁਝ ਨਾਲ ਲੈ ਕੇ ਆਉਣ ਔਰ ਆਪਾਂ ਡਿਸਕਸ ਕਰਾਂਗੇ ਖਾਸ ਤੌਰ ਤੇ ਮੈਂ ਖੁਦ ਮਿਲ ਕੇ ਗੱਲਬਾਤ ਕਰਾਂਗਾ ਔਰ ਉਹਨਾਂ ਦੇ ਕੇਸਿਸ ਨੂੰ ਦੇਖਾਂਗਾ ਔਰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ 2 3 4 4 5 5 ਵਾਰੀ ਰਿਫਿਊਜ਼ਲ ਵਾਲੇ ਕੇਸਿਸ ਦਾ ਅਸੀਂ ਵੀਜ਼ਾ ਲੈਂਦੇ ਆ ਕੋਈ ਚਿੰਤਾ ਵਾਲੀ ਡਰਨ ਵਾਲੀ ਜ਼ਰੂਰਤ ਨਹੀਂ ਕੈਨੇਡਾ ਜਿਹੜਾ ਹੈਗਾ ਉਸ ਦੇ ਵਿੱਚ ਬਿਲਕੁਲ ਟੈਨਸ਼ਨ ਨਹੀਂ ਹੈਗੀ ਬਹੁਤ ਸਾਰੀਆਂ ਰਿਫਿਊਜ਼ਲਾਂ ਤੋਂ ਬਾਵਜੂਦ ਕੈਨੇਡਾ ਜਿਹੜਾ ਹੈਗਾ ਅਗਰ ਆਪਾਂ ਜਦੋਂ ਠੀਕ ਤਰ੍ਹਾਂ ਨਾਲ ਫਾਈਲ ਲਾਈਏ ਠੀਕ ਕਾਲਜ ਠੀਕ ਕੋਰਸ ਔਰ ਫਾਈਲਿੰਗ ਦੇ ਡਾਕੂਮੈਂਟਸ ਸਹੀ ਤਰੀਕੇ ਨਾਲ ਜਿਹੜੇ ਲੱਗਣਗੇ ਜਿਹੜਾ ਨਹੀਂ ਲੱਗਣਾ ਉਸ ਨੂੰ ਨਹੀਂ ਲਗਾਉਣਾ ਬੜੇ ਸਾਰੇ ਕੰਸਲਟੈਂਟ ਲਗਾ ਦਿੰਦੇ ਨੇ ਔਰ ਜਿਹੜਾ ਲੱਗਣਾ ਕਈ ਵਾਰੀ ਉਹ ਨਹੀਂ ਲਗਾਉਂਦੇ ਤੇ ਸਹੀ ਤਰੀਕੇ ਨਾਲ ਡਾਕੂਮੈਂਟਸ ਲਗਾ ਕੇ SOP ਚੰਗੀ ਬਣਾ ਕੇ ਆਪਾਂ ਫਾਈਲ ਸਬਮਿਟ ਕਰਦੇ ਹਾਂ ਤੇ ਬਹੁਤ ਸਾਰੇ ਸਟੂਡੈਂਟ ਜਿਹੜੇ ਕਿ ਰਿਫਿਊਜ਼ਲਾਂ ਤੋਂ ਬਾਅਦ ਵੀਜ਼ੇ ਆਉਂਦੇ ਹੈਗੇ ਇਹੋ ਜਿਹੇ ਸਟੂਡੈਂਟਸ ਦੀ ਬਾਈਟਸ ਦਾ ਮਤਲਬ ਉਹਨਾਂ ਦੀ ਗੱਲਬਾਤ ਜਿਹੜੀ ਹੈਗੀ ਹੈ ਸਾਡੇ YouTube Facebook ਵਗੈਰਾ ਤੇ ਬਹੁਤ ਸੈਂਕੜਾਂ ਸਟੂਡੈਂਟਸ ਦੀ ਬਾਈਟਸ ਪਈਆਂ ਨੇ ਮੰਨ ਲਓ 4 ਰਿਫਿਊਜ਼ਲਾਂ ਲੱਗ ਕੇ ਸਟੂਡੈਂਟ ਆਇਆ ਔਰ ਅਸੀਂ ਆ ਕੇ ਉਸ ਦਾ ਧਿਆਨ ਦੇ ਕੇ ਵੀਜ਼ਾ ਲਗਵਾ ਲਿਆ ਤੇ ਅਸੀਂ ਇਹੀ ਕਰ ਸਕਦੇ ਹਾਂ ਕਿ ਇੱਕ ਫੋਟੋ ਖਿੱਚ ਲਈ ਔਰ ਇੱਕ ਮਿੰਟ ਦੀ ਵੀਡੀਓ ਬਣਾ ਲਈ ਉਸ ਸਟੂਡੈਂਟ ਦੀ ਔਰ ਉਸ ਨੂੰ YouTube Facebook ਵਗੈਰਾ ਤੇ ਪਾ ਦਿੱਤਾ ਲੋਕਾਂ ਦੀ ਭਲਾਈ ਵਾਸਤੇ ਲੋਕਾਂ ਦੀ ਨੌਲੇਜ ਵਾਸਤੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਸ ਤਰ੍ਹਾਂ ਦੇ ਸਟੂਡੈਂਟਸ ਦੇ ਵੀਜ਼ੇ ਲੱਗ ਜਾਂਦੇ ਕੋਈ ਚਿੰਤਾ ਨਹੀਂ ਸੋ 100% ऑनेस्टी ट्रांसपेरेंसी केयर एक्सपर्टीज का वादा करते हुए इजाजत दो और मेरे वालों वादा इन्हां चीज़ों का पर्सनल केयर का वादा वेलकम
ਔਰ ਸੈਮੀਨਾਰਸ ਦੇ ਵਿੱਚ ਵੈਲਕਮ। ਔਰ ਅਗਲੇ ਸ਼ਨੀਵਾਰ ਲੇਟੈਸਟ ਅਪਡੇਟਸ ਦੇ ਨਾਲ ਹੋਰ ਗੱਲਾਂ ਬਾਤਾਂ ਕਰਾਂਗੇ। ਉਦੋਂ ਤੱਕ ਲਈ ਇਜਾਜ਼ਤ ਦਿਓ। ਧੰਨਵਾਦ। ਥੈਂਕ ਯੂ।